ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਸਦਕਾ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਤੋਂ ਉਪਰੰਤ ਸਤਿਗੁਰੂ ਜੀ ਦੇ ਲੜੀਵਾਰ ਪਾਵਨ ਪਵਿੱਤਰ ਮੁੱਖ ਵਾਕ ਨੂੰ ਸਰਵਣ ਕੀਤਾ ਹੈ। ਆਓ ਹੋਰ ਵੀ ਜਿੰਨਾ ਸਮਾਂ ਗੁਰੂ ਕਿਰਪਾ ਦੇ ਦੁਆਰਾ ਪ੍ਰਾਪਤ ਹੋ ਰਿਹਾ ਹੈ, ਗੁਰੂ ਬਚਨਾਂ ਅਨੁਸਾਰ ਸਭ ਸੈ ਉੱਤਮ ਗੁਰ ਸ਼ਬਦ ਵਿਚਾਰ, ਹੋਰ ਕਥਨੇ ਬਦੋ ਨਾ ਸਗਲੀ ਸ਼ਾਰ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ ਦੇ ਮਾਂ ਵਾਕਾਂ ਅਨੁਸਾਰ ਲੜੀਵਾਰ ਗੁਰ ਸ਼ਬਦ ਦੇ ਵਿਚਾਰ ਦੇ ਨਾਲ ਜੁੜੀਏ। ਜੀਵਨ ਦੀਆਂ ਘੜੀਆਂ ਸਵਾਸਾਂ ਤੇ ਪਲਾਂ ਨੂੰ ਗੁਰੂ ਲੇਖੇ ਲਾਉਣ ਦਾ ਯਤਨ ਕਰੀਏ। ਸਾਰੇ ਮਾਈ ਭਾਈ ਕਰੋ ਰਸਨਾ ਪਵਿੱਤਰ ਲਵਾਓ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਪਿਆਰ ਸਹਿਤ ਆਖੋ ਜੀ ਸਤਨਾਮ, ਫਿਰ ਆਖੋ ਸਤਨਾਮ। ਲੜੀਵਾਰ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਅੰਗ 145, 46 ਤੇ ਸੁਭਾਏਮਾਨ। ਮਾਧ ਰਾਗ ਕੀ ਪਾਵਨ ਵਾਰ, ਤਿਸ ਦੀ 17 ਨੰਬਰ ਪੌੜੀ। ਤਿਸ ਦੇ ਨਾਲ 2 ਸ਼ਲੋਕ। ਪਹਿਲਾ ਸ਼ਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਅਤੇ ਦੂਸਰਾ ਸ਼ਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰੂ ਜੀ ਦਾ ਉਚਾਰਨ ਕੀਤਾ ਹੋਇਆ। ਇਹ ਪਾਵਨ ਵਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਜੀ ਦੀ ਉਚਾਰਨ ਕੀਤੀ ਹੋਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਅੰਮ੍ਰਿਤਮਈ ਪਾਵਨ ਸ਼ਬਦ ਦੇ ਅੰਦਰ ਪਹਿਲੇ ਸ਼ਲੋਕ ਦੇ ਦੁਆਰਾ ਫਰਮਾਨ ਕਰਦੇ ਹਨ। ਸ਼ਲੋਕ ਮਹੱਲਾ ਪਹਿਲਾ। ਸੁਬਾਹੀ ਸਾਲਾਹ, ਜਿਨੀ ਧਿਆਇਆ ਇਕ ਮਨ। ਸੁਬਾਹੀ ਸੁਬਹ ਵੇਲੇ, ਅੰਮ੍ਰਿਤ ਵੇਲੇ, ਇੱਕ ਮਨ ਤੋਂ ਭਾਵ ਇੱਕ ਮਨ ਹੋ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ ਕਿ ਜੋ ਮਨੁੱਖ ਸਵੇਰੇ ਹੀ ਮਾਲਕ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ, ਇੱਕ ਮਨ ਹੋ ਕਰਕੇ ਮਾਲਕ ਪ੍ਰਭੂ ਪਰਮਾਤਮਾ ਨੂੰ ਸਿਮਰਦੇ ਨੇ, ਸੇ ਪੂਰੇ ਸਾਹ ਵਖਤੈ ਉੱਪਰ ਲੜ ਮੂਏ। ਵਖਤੈ ਉੱਪਰ ਤੋਂ ਭਾਵ ਵੇਲੇ ਸਿਰ। ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਵੇਲੇ ਸਿਰ ਭਾਵ ਅੰਮ੍ਰਿਤ ਵੇਲੇ ਮਨ ਨਾਲ ਜੰਗ ਕਰਦੇ ਨੇ, ਭਾਵ ਆਲਸ ਵਿੱਚੋਂ ਨਿਕਲ ਕੇ ਬੰਦਗੀ ਦਾ ਆਹਰ ਕਰਦੇ ਨੇ। ਉਹੀ ਪੂਰੇ ਸ਼ਾਹਕਾਰ ਹਨ, ਉਹੀ ਪੂਰੇ ਅਸਲ ਦੇ ਵਿੱਚ ਧਨਾੜ ਹਨ, ਸ਼ਾਹ ਹਨ, ਜਿਹੜੇ ਪਿੱਛੋਂ ਰਾਤੀ ਜਾਗ ਕਰਕੇ ਮਾਲਕ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਇੱਕ ਮਨ ਹੋ ਕਰਕੇ ਧਿਆਉਂਦੇ ਨੇ ਤੇ ਸਮੇਂ ਸਿਰ ਆਲਸ ਨੂੰ ਤਿਆਗ ਕਰਕੇ ਮਾਲਕ ਪ੍ਰਭੂ ਪਰਮਾਤਮਾ ਦੀ ਕੀਰਤੀ ਦੇ ਵਿੱਚ ਜੁੜਦੇ। ਦੇਖੋ ਸਤਿਗੁਰੂ ਜੀ ਨੇ ਬੜਾ ਪਿਆਰਾ ਸਾਨੂੰ ਇਹ ਜਿਹੜਾ ਸਮਾਂ ਬਖਸ਼ਿਸ਼ ਕੀਤਾ ਤੇ ਇਹਦੇ ਵੱਲ ਸਾਨੂੰ ਸਤਿਗੁਰੂ ਜੀ ਨੇ ਬਾਰ-ਬਾਰ ਪ੍ਰੇਰਨਾ ਵੀ ਕੀਤੀ ਹੈ ਕਿ ਇਹ ਮਨੁੱਖ, ਇਹ ਜੀਵ ਮਾਲਕ ਪ੍ਰਭੂ ਪਰਮਾਤਮਾ ਦੀਆਂ ਸਿਫਤ ਸਲਾਹ ਵਡਿਆਈਆਂ ਕਰਨ ਦਾ ਜਿਹੜਾ ਸਮਾਂ ਹੈ, ਭਾਵੇਂ ਹਰ ਸਮੇਂ ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ, ਕੀਰਤੀ ਕਰਨੀ ਚਾਹੀਦੀ ਹੈ, ਪਰ ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜੇ ਮਨ ਦੀ ਇਕਾਗਰਤਾ ਬਣਾਉਣੀ ਹੈ,
ਜੇ ਅਭਿਆਸ ਜੀਵਨ ਦੇ ਅੰਦਰ ਦ੍ਰਿੜ ਕਰਨਾ ਹੈ ਤੇ ਫਿਰ ਬੜਾ ਪਿਆਰਾ ਇਹ ਸਮੇਂ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਦਾ ਸਮਾਂ, ਪਿਛਲੇ ਰਾਤਰੀ ਦਾ ਸਮਾਂ ਬੜਾ ਪਿਆਰਾ ਸਮਾਂ। ਜੇ ਸਮੇਂ ਦੇ ਅੰਦਰ ਮਾਲਕ ਦੀ ਕਿਰਪਾ ਨਾਲ ਜਿਹੜਾ ਜੀਵ ਆਲਸ ਨੂੰ ਤਿਆਗ ਕਰਕੇ ਇਸ਼ਨਾਨ ਪਾਨ ਕਰਕੇ ਵਾਹਿਗੁਰੂ ਦੀ ਕੀਰਤੀ ਦੇ ਵਿੱਚ ਜੁੜਦਾ ਹੈ ਤੇ ਬੜਾ ਸੁਖਾਲਾ ਮਾਲਕ ਦੀ ਕੀਰਤੀ ਦੇ ਵਿੱਚ ਜੁੜਿਆ ਜਾਂਦਾ ਹੈ, ਕਿਉਂਕਿ ਮਨ ਜਿਹੜਾ ਹੈ ਉਸ ਸਮੇਂ ਬਹੁਤਾ ਖਿੰਡਿਆ ਹੋਇਆ ਨਹੀਂ ਹੁੰਦਾ। ਜਿਵੇਂ ਜਿਵੇਂ ਦਿਨ ਚੜ੍ਹਦਾ ਜਾਂਦਾ ਹੈ ਤਿਵੇਂ ਤਿਵੇਂ ਇਹ ਮਨ ਜਿਹੜਾ ਕਈ ਪਾਸੇ ਖਿੰਡੀ ਜਾਂਦਾ ਹੈ, ਇਹ ਧਿਆਨ ਕਈ ਪਾਸੇ ਵੰਡਿਆ ਜਾਂਦਾ ਹੈ। ਕਈ ਕੰਮ ਕਾਜ ਚੇਤੇ ਆਉਂਦੇ ਨੇ, ਸਰੀਰਕ ਕਿਰਿਆ ਚੇਤੇ ਆਉਂਦੀ ਹੈ, ਖਾਣ ਪਾਨ ਚੇਤੇ ਆਉਂਦਾ ਹੈ, ਇਤਿਆਦਿਕ ਇੱਧਰ ਜਾਣਾ ਉੱਧਰ ਜਾਣਾ, ਕਈ ਪ੍ਰਕਾਰ ਦੇ ਨਾਲ ਇਹ ਮਨ ਦਾ ਖਿੰਡਾਓ ਬਣ ਜਾਂਦਾ ਹੈ। ਪਰ ਅੰਮ੍ਰਿਤ ਵੇਲੇ ਦਾ ਸਮਾਂ ਜਿਹੜਾ ਹੈ, ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜਿਹੜੇ ਜੀਵ ਸੰਭਾਲਦੇ ਨੇ, ਜਿਹੜੇ ਇੱਕ ਮਨ ਹੋ ਕਰਕੇ ਮਾਲਕ ਪ੍ਰਭੂ ਪਰਮਾਤਮਾ ਦੀ ਕੀਰਤੀ ਕਰਦੇ ਨੇ, ਉਹ ਅਸਲ ਸ਼ਾਹੂਕਾਰ ਨੇ, ਕਿਉਂਕਿ ਉਹ ਇਸ ਮਨ ਦੇ ਨਾਲ, ਇਸ ਆਲਸ ਦੇ ਨਾਲ, ਇਹਨਾਂ ਵਿਕਾਰਾਂ ਦੇ ਨਾਲ ਨਿਤਾ ਪ੍ਰਤੀ ਜੰਗ ਕਰਦੇ ਨੇ, ਇਹਨਾਂ ਤੇ ਜਿੱਤ ਪਾਉਂਦੇ ਨੇ ਤੇ ਵਾਹਿਗੁਰੂ ਦੀ ਕੀਰਤੀ ਦੇ ਵਿੱਚ ਜੁੜਦੇ ਹਨ। ਇਹ ਪਹਿਲਾ ਸਮਾਂ ਹੈ ਜਿਹਦੇ ਵਿੱਚ ਮਾਲਕ ਪ੍ਰਭੂ ਪਰਮਾਤਮਾ ਦੀ ਕੀਰਤੀ ਦੇ ਵਿੱਚ ਸੁਖਾਲਾ ਜੁੜਿਆ ਜਾਂਦਾ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜਿਹੜਾ ਫਿਰ ਅਗਲਾ ਪੈਰ ਸ਼ੁਰੂ ਹੋ ਜਾਂਦਾ ਹੈ, ਦੂਜੇ ਬਹੁਤੇ ਰਾਹ ਮਨ ਕੀਆਂ ਮਤੇ ਖਿੰਡੀਆਂ। ਦੂਜੇ ਪਹਿਰ ਭਾਵ ਦਿਨ ਚੜੇ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਕਹਿੰਦੇ ਦਿਨ ਚੜੇ ਮਨ ਦੀਆਂ ਵਾਸ਼ਨਾਵਾਂ ਇਹ ਖਿਲਰ ਜਾਂਦੀਆਂ ਨੇ। ਮਨ ਕਈ ਰਾਹੀਂ ਦੌੜਦਾ, ਕਦੀ ਇਸ ਪਾਸੇ ਕਦੀ ਉਸ ਪਾਸੇ, ਕਦੀ ਆਹ ਕਰਨਾ ਕਦੀ ਉਹ ਕਰਨਾ। ਦਿਨ ਚੜ ਗਿਆ, ਪਹਿਲਾਂ ਇੱਧਰ ਜਾਵਾਂ, ਪਹਿਲਾਂ ਇੱਧਰ ਜਾਵਾਂ, ਪਹਿਲਾਂ ਉਹ ਕਰ ਆਵਾਂ, ਪਹਿਲਾਂ ਆਹ ਕਰ ਆਵਾਂ ਇਤਿਆਦਿਕ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਦੂਸਰੇ ਪੈਰ ਦੇ ਵਿੱਚ ਮਨ ਕਈ ਪ੍ਰਕਾਰ ਦੇ ਨਾਲ ਖਿੰਡ ਜਾਂਦਾ ਹੈ। ਬਹੁਤ ਪਾਏ ਅਸਗਾਹ ਗੋਤੇ ਖਾਹੇ ਨਾ ਨਿਕਲਾਏ। ਅਸਗਾਹ ਤੋਂ ਭਾਵ ਹੁੰਦਾ ਜੀ ਅਥਾਹ ਸਮੁੰਦਰ। ਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਸ਼ਬਦ ਵਰਤਦੇ ਨੇ ਜਗਤ ਦੇ ਝੰਬੇਲੇ ਰੂਪੀ ਅਥਾਹ ਸਮੁੰਦਰ ਜਿਹੜਾ ਹੈ। ਫਿਰ ਇਸ ਮਨੁੱਖੀ ਦੁਨੀਆ ਦੇ ਧੰਦਿਆਂ ਦੇ ਡੂੰਘੇ ਸਮੁੰਦਰ ਦੇ ਵਿੱਚ ਜੀਵ ਜਿਹੜੇ ਉਹ ਪੈ ਜਾਂਦੇ ਹਨ। ਇਹ ਮਨ ਜਿਹੜਾ ਇਸ ਝਮੇਲਿਆਂ ਦੇ ਖੂਹ ਦੇ ਵਿੱਚ ਸਮੁੰਦਰ ਦੇ ਵਿੱਚ ਡਿੱਗ ਜਾਂਦਾ ਹੈ। ਇੱਥੇ ਹੀ ਇਹੋ ਜਿਹੇ ਗੋਤੇ ਖਾਂਦੇ ਨੇ, ਭਾਵ ਫਸਦੇ ਨੇ ਕਿ ਫਿਰ ਨਿਕਲ ਨਹੀਂ ਸਕਦੇ, ਨਿਕਲਣਾ ਔਖਾ ਹੋ ਜਾਂਦਾ ਹੈ। ਫਿਰ ਜੇ ਜੀਵ ਨੂੰ ਕੋਈ ਕਹਿ ਦੇਵੇ ਕਿ ਭਾਈ ਸਤ ਸੰਗਤ ਕਰ, ਮਾਲਕ ਦੀ ਕੀਰਤੀ ਕਰਨੀ ਚਾਹੀਦੀ ਹੈ, ਤੇ ਜੀਵ ਐਸਾ ਇਸ ਧੰਦਿਆਂ ਦੇ ਡੂੰਘੇ ਸਮੁੰਦਰ ਦੇ ਵਿੱਚ ਪਿਆ ਹੋਇਆ ਗੋਤੇ ਖਾਂਦਾ ਖਾਂਦਾ ਨਿਕਲ ਨਹੀਂ ਸਕਦਾ। ਪਰ ਅੱਗੋਂ ਜਵਾਬ ਇਸ ਗੱਲ ਦਾ ਦਿੰਦਾ ਹੈ ਕਿ ਗਿਆਨੀ ਜੀ ਸਾਡੇ ਕੋਲ ਤੇ ਸਿਰ ਖੁਰਕਣ ਦਾ ਵੀ ਸਮਾਂ ਨਹੀਂ। ਤੁਸੀਂ ਸਤ ਸੰਗਤ ਦੀ ਗੱਲ ਕਰਦੇ ਹੋ, ਪਰਮਾਤਮਾ ਦੀ ਕੀਰਤੀ ਕਰਨ ਦੀ ਗੱਲ ਕਰਦੇ ਹੋ, ਸਾਡੇ ਕੋਲ ਤੇ ਸਮਾਂ ਹੀ ਹੈ ਨਾ ਕੋਈ। ਐਸਾ ਇਹ ਮਨ ਜਿਹੜਾ ਖਿੰਡ ਜਾਂਦਾ ਹੈ, ਐਸੀਆਂ ਇਹ ਜੀਵਨ ਦੇ ਅੰਦਰ ਧੰਦਿਆਂ ਝੰਬੇਲਿਆਂ ਇਤਿਆਦਿਕਾਂ ਰੂਪੀ ਡੂੰਘੇ ਸਮੁੰਦਰ ਦੇ ਵਿੱਚ ਜੀਵ ਪੈ ਜਾਂਦੇ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿੱਤੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ। ਅੰਮ੍ਰਿਤ ਵੇਲੇ ਦੀ ਸੰਭਾਲ ਨਾ ਹੋਈ, ਪਹਿਲਾ ਪੈਰ ਸੰਭਾਲਿਆ ਕੋਈ ਨਹੀਂ ਤੇ ਦੂਜੇ ਪੈਰ ਦੇ ਵਿੱਚ ਮਨ ਦੀਆਂ ਮਤਾਂ ਜਿਹੜੀਆਂ ਉਹ ਖਿੰਡ ਗਈਆਂ। ਤੀਜੈ ਮੂੰਹ ਗਿਰਾਹ ਭੁੱਖਾ ਤਿਖਾ ਦੋਏ ਭੌਂਕੀਆਂ। ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਤੀਸਰੇ ਪਹਿਰ ਦੇ ਅੰਦਰ
ਭੁੱਖ ਤੇ ਤ੍ਰੇ ਇਹ ਦੋਵੇਂ ਚਮਕ ਪੈਂਦੀਆਂ ਨੇ, ਇਹ ਭੌਂਕ ਪੈਂਦੀਆਂ ਨੇ। ਭੁੱਖ ਰੋਟੀ ਮੰਗਦੀ ਹੈ, ਪਦਾਰਥ ਮੰਗਦੀ ਹੈ, ਪਿਆਸ ਪਾਣੀ ਤੇ ਆਦਿਕ ਮੰਗਦੀ ਹੈ। ਰੋਟੀ ਖਾਣ ਦੇ ਆਹਰੇ ਜੀਵ ਲੱਗ ਜਾਂਦੇ ਨੇ ਤੇ ਜਦੋਂ ਜੋ ਕੁਝ ਖਾਧਾ ਹੁੰਦਾ ਹੈ ਭਸਮ ਹੋਈ ਜਾਂਦਾ ਹੈ, ਭਸਮ ਹੋਈ ਜਾਂਦਾ ਹੈ। ਹੋਰ ਖਾਣ ਦੀ ਤਾਂਘ ਪੈਦਾ ਹੁੰਦੀ ਹੈ, ਹੋਰ ਖਾਣ ਦੀ ਭੁੱਖ ਪੈਦਾ ਹੁੰਦੀ ਹੈ। ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਤੀਜੇ ਪੈਰ ਦੇ ਅੰਦਰ ਬਸ ਜੀਵ ਖਾਣ ਤੇ ਪੀਣ ਦੇ ਵਿੱਚ ਹੀ ਰੁੱਝ ਜਾਂਦਾ ਹੈ। ਖਾਧਾ ਹੋਏ ਸੁਆ, ਜਿਹੜਾ ਖਾਧਾ ਉਹ ਸੁਆਹ ਹੋ ਜਾਂਦਾ ਹੈ, ਭਸਮ ਹੋ ਜਾਂਦਾ ਹੈ। ਭੀ ਖਾਣੇ ਸਿਉਂ ਦੋਸਤੇ, ਤੇ ਹੋਰ ਖਾਣੇ ਨਾਲ ਦੋਸਤ, ਹੋਰ ਖਾਣੇ ਨਾਲ ਪਿਆਰ ਬਣਦਾ, ਹੋਰ ਖਾਵਾਂ, ਹੋਰ ਭੁੱਖ ਲੱਗ ਜਾਂਦੀ ਹੈ, ਹੋਰ ਖਾਵਾਂ। ਇਸੇ ਤਰ੍ਹਾਂ ਹੀ ਚਲਦਿਆਂ ਚਲਦਿਆਂ ਚੌਥਾ ਆਈ ਊਂਘ, ਅੱਖੀਂ ਮੀਟ ਪਵਾਰ ਗਿਆ। ਊਂ ਕਹਿੰਦੇ ਨੇ ਨੀਂਦਰ ਨੂੰ, ਤੇ ਪਵਾਰ ਸ਼ਬਦ ਜਿਹੜਾ ਹੈ ਇਹ ਪ੍ਰਲੋਕ ਦੇ ਵਿੱਚ ਭਾਵ ਡੂੰਘੀ ਨੀਂਦਰ ਦੇ ਵਿੱਚ ਇਹ ਸ਼ਬਦ ਵਰਤਿਆ ਜਾਂਦਾ ਹੈ। ਇਹ ਆਮ ਗੱਲ ਪ੍ਰਚਲਿਤ ਵੀ ਹੈ ਕਿ ਕਈ ਵਾਰੀ ਜੀਵ ਜਦੋਂ ਪ੍ਰਾਣ ਉਹਦੇ ਨਿਕਲ ਜਾਣ ਤੇ ਇੱਕਦਮ ਵਾਪਸ ਪਰਤ ਆਉਣ, ਜਿਹਨੂੰ ਕਹਿ ਦਿੰਦੇ ਨੇ ਵੀ ਜਮਾਂ ਨੂੰ ਭੁਲੇਖਾ ਲੱਗ ਗਿਆ, ਕਿਸੇ ਹੋਰ ਜੀਵ ਨੂੰ ਲਿਜਾਣਾ ਸੀ, ਇਹਨੂੰ ਲੈ ਗਏ, ਤੇ ਫਿਰ ਉਹਦੇ ਜਿਹੜੇ ਸਵਾਸ ਉਹਨਾਂ ਨੇ ਵਾਪਸ ਮੋੜ ਦਿੱਤੇ। ਬਸ ਉਹਨੇ ਕੀ ਸਮੇਂ ਨੂੰ ਸ਼ਬਦ ਜਿਹੜਾ ਉਹ ਪਵਾਰ ਗਿਆ ਸ਼ਬਦ ਵੀ ਵਰਤਿਆ ਜਾਂਦਾ ਹੈ। ਪਵਾਰ ਗਿਆ, ਪਰਲੋਕ ਗਿਆ, ਫਿਰ ਪਰਤ ਆਇਆ। ਤੇ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਚੌਥਾ ਆਈ ਊਂਘ, ਅੱਖੀਂ ਮੀਟ ਪਵਾਰ ਗਿਆ। ਚੌਥਾ ਪੈਰ ਨੀਂਦ ਆਦਮਾਉਂਦੀ ਹੈ, ਆਲਸ ਵਿੱਚ ਜੀਵ ਚਲਾ ਜਾਂਦਾ ਹੈ, ਅੱਖਾਂ ਮੀਟ ਕੇ ਘੂਕ ਨੀਂਦਰ ਦੇ ਵਿੱਚ ਸੌਂ ਜਾਂਦਾ ਹੈ। ਤੇ ਹੁਣ ਸੁੱਤਾ ਹੋਇਆ ਮਨੁੱਖ ਜਿਹੜਾ ਹੈ, ਦਾਨੇ ਪੁਰਖ ਕਹਿੰਦੇ ਨੇ ਵੀ ਸੁੱਤਾ ਮਨੁੱਖ ਜਿਹੜਾ ਹੈ ਉਹ ਮੁਰਦੇ ਦੀ ਨਿਆਈ ਹੋ ਜਾਂਦਾ ਹੈ। ਐਸੀ ਨੀਂਦਰ ਦੇ ਵਿੱਚ ਘੂਕ ਨੀਂਦਰ ਦੇ ਵਿੱਚ ਸੌਂ ਜਾਂਦਾ ਹੈ। ਤੇ ਚੌਥਾ ਪੈਰ ਜਿਹੜਾ ਇਸੇ ਤਰ੍ਹਾਂ ਨੀਂਦ ਦੇ ਵਿੱਚ ਲੰਘਾ ਕਰਕੇ ਭੀ ਉਠ ਰਚਿਓ ਨਵਾਦ, ਸੈ ਵਰਿਆਂ ਕੀ ਪਿੜ ਬੱਧੇ। ਪਿੜ ਤੋਂ ਭਾਵ ਹੁੰਦਾ ਜੀ ਅਖਾੜਾ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਦੋਂ ਨੀਂਦਰ ਤੋਂ ਉੱਠ ਕੇ ਜਗਤ ਦੇ ਧੰਦਿਆਂ ਦਾ ਉਹੀ ਝੁਮੇਲਾ, ਮਾਨੋ ਮਨੁੱਖ ਨੇ ਇੱਥੇ ਸੈਂਕੜੇ ਵਰਿਆਂ ਦੇ ਜਿਉਣ ਦਾ ਘੋਲ ਮਚਾਇਆ ਹੋਇਆ, ਅਖਾੜਾ ਬਣਾਇਆ ਹੋਇਆ, ਬਸ ਖਾ ਲਿਆ, ਪੀ ਲਿਆ, ਸੌਂ ਲਿਆ, ਫਿਰ ਉੱਠ ਕੇ ਉਹਨਾਂ ਝੁਮੇਲਿਆਂ ਵਿੱਚ ਲੱਗ ਗਿਆ, ਫਿਰ ਖਾ ਲਿਆ, ਪੀ ਲਿਆ, ਸੌਂ ਲਿਆ। ਬਸ ਇਸੇ ਤਰ੍ਹਾਂ ਜਿਹੜੀ ਜ਼ਿੰਦਗੀ ਦਾ ਇਹ ਅਖਾੜਾ ਜੀਵ ਨੇ ਬਣਾਇਆ ਹੋਇਆ। ਪਾਤਸ਼ਾਹ ਕਹਿਣ ਲੱਗੇ ਜੇ 100 ਵਰਾ ਵੀ ਜੀਵ ਦੀ ਉਮਰਾਂ ਮੰਨ ਲਈਏ ਤੇ 100 ਵਰੇ ਦੇ ਵਿੱਚ ਬਸ ਇਹੀ ਪੇੜ ਅਖਾੜਾ ਚੱਲੀ ਜਾਂਦਾ, ਕਿਉਂਕਿ ਇੱਕ ਪੈਰ ਮਾਲਕ ਨੇ ਬਖਸ਼ਿਸ਼ ਕੀਤਾ ਸੀ, ਉਹ ਵੀ ਜੀਵ ਸੰਭਾਲ ਨਾ ਸਕਿਆ, ਉਹ ਵੀ ਜੀਵ ਉਹ ਤੋਂ ਵਾਂਝਾ ਹੋ ਗਿਆ। ਤੇ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਕੀ ਕੁਝ ਖਾਣ ਪੀਣ ਵਿੱਚ ਗੁਜ਼ਰ ਜਾਂਦਾ ਸਮਾਂ, ਕੁਝ ਜਿਹੜਾ ਹੈ ਉਹ ਹੋਰ ਕਿਰਿਆ ਇਤਿਆਦ ਕਰਦਿਆਂ ਲੰਘ ਜਾਂਦਾ ਹੈ, ਧੰਦੇ ਧੰਦਿਆਰੇ ਕਰਦਿਆਂ ਲੰਘ ਜਾਂਦਾ ਹੈ, ਤੇ ਰਾਤ ਜਿਹੜੀ ਹੈ ਜੀਵ ਸੌਂ ਕੇ ਬਤੀਤ ਕਰ ਦਿੰਦਾ ਹੈ। ਇਸੇ ਤਰ੍ਹਾਂ ਜ਼ਿੰਦਗੀ ਰੂਪੀ ਰਾਤ ਗੁਜ਼ਰ ਜਾਂਦੀ ਹੈ। ਤੇ ਜੇਕਰ 100 ਵਰਾ ਵੀ ਜੀਵ ਦੀ ਆਰਜੂ ਮੰਨੀ ਜਾਏ, ਅਜੇ ਕਿ ਭਾਵੇਂ ਅੱਜ 100 ਵਰਾ ਬੜਾ ਮੁਸ਼ਕਲ ਬਣਦਾ, ਪਰ ਜੇ 100 ਵਰਾ ਮਨ ਕਰਕੇ ਵੀ ਚੱਲਦੇ ਹਾਂ ਤੇ ਪਿਆਰਿਓ ਅੱਧਿਓਂ ਵੱਧ ਜਿਹੜੀ ਆਰਜੂ ਹੈ ਮਨੁੱਖ ਸੌਂ ਕੇ ਗੁਜ਼ਾਰ ਦਿੰਦਾ ਹੈ। ਤੇ ਉਹ ਤੋਂ ਵੀ ਜਿਹੜਾ ਤੀਸਰਾ ਹਿੱਸਾ ਹੈ ਉਹ ਜੀਵ ਖਾ ਪੀ ਕੇ ਤੇ ਧੰਦੇ ਧੰਦਿਆਰ ਦੇ ਵਿੱਚ ਗੁਜ਼ਾਰ ਦਿੰਦਾ। ਤੇ ਚੌਥਾ ਹਿੱਸਾ ਜਿਹੜਾ ਮਾਲਕ ਪ੍ਰਭੂ ਪਰਮਾਤਮਾ ਦੀ ਕੀਰਤੀ ਵਾਲਾ ਕੱਢਣਾ ਸੀ ਇੱਕ ਇੱਕ ਪਹਿਰ ਦਾ, ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਬਸ ਉਹ ਵੀ ਇਹਨੇ ਆਲਸ ਦੇ ਵਿੱਚ ਹੀ ਲੰਘਾ ਦਿੱਤਾ। ਬਸ ਇਸੇ ਤਰ੍ਹਾਂ ਜ਼ਿੰਦਗੀ ਗੁਜ਼ਰ ਗਈ, ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੀਰਿਆਂ ਵਰਗਾ ਅਮੋਲਕ ਜੀਵਨ ਮਾਲਕ ਨੇ ਦਿੱਤਾ ਸੀ ਤੇ ਕੌਡੀਆਂ ਦੇ ਭਾਅ ਜੀਵ ਨੇ ਇਹਨੂੰ ਗਵਾ ਦਿੱਤਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਮਾਨਸ ਦਾ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ,
ਜਿਉਂ ਬਨ ਫਲ ਪਾਕੇ ਭੋਏ ਗਿਰੈ, ਬੌਰ ਨਾ ਲਾਗੈ ਡਾਰ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬੜਾ ਅਮੋਲਕ ਜੀਵਨ ਮਿਲਿਆ। ਇਹ ਐਸਾ ਜੀਵਨ ਮਾਲਕ ਨੇ ਦਿੱਤਾ, ਦ੍ਰਿਸ਼ਟਾਂਤ ਦੇ ਕੇ ਕਹਿੰਦੇ ਜਿਵੇਂ ਪੱਕਿਆ ਹੋਇਆ ਫਲ ਦਰਖਤ ਤੋਂ ਟੁੱਟ ਜਾਂਦਾ ਹੈ, ਗਿਰ ਜਾਂਦਾ ਹੈ, ਮੁੜ ਉਹ ਉਸੇ ਤਰ੍ਹਾਂ ਲੱਗਦਾ ਨਹੀਂ। ਸਭ ਕਹਿਣ ਲੱਗੇ ਇਸੇ ਤਰ੍ਹਾਂ ਮਨੁੱਖਾ ਜੀਵਨ, ਇਹ ਜੀਵ ਤੈਨੂੰ ਮਿਲਿਆ ਹੋਇਆ ਹੈ, ਇਹ ਬਾਰ-ਬਾਰ ਮਿਲਣ ਵਾਲਾ ਨਹੀਂ, ਇਹ ਬਾਰ-ਬਾਰ ਸਮਾਂ ਪ੍ਰਾਪਤ ਹੋਣ ਵਾਲਾ ਨਹੀਂ। ਦੇਖੋ ਸਮਾਂ ਤੇ ਪਿਆਰਿਓ ਸਾਨੂੰ ਸਾਰਿਆਂ ਨੂੰ ਇਹ ਮਿਲਿਆ, ਪ੍ਰਾਪਤ ਹੋਇਆ। ਮਾਲਕ ਨੇ ਕੋਈ ਐਸਾ ਕਰਮ ਦਿੱਤਾ, ਮਿਹਰ ਕੀਤੀ ਹੈ, ਸਾਨੂੰ ਮਨੁੱਖਾ ਜੀਵਨ ਮਿਲੇ। ਤੇ ਮਨੁੱਖਾ ਜੀਵਨ ਦੇ ਅੰਦਰ ਕੋਈ ਜੀਵ ਇਸ ਸਮੇਂ ਨੂੰ ਸਫਲਿਆਂ ਕਰ ਜਾਂਦਾ, ਕੋਈ ਅਜਾਈਂ ਗਵਾ ਜਾਂਦਾ। ਹੁਣ ਇਹ ਸਮਾਂ ਜਿਹੜੇ ਮਾਲਕ ਨੇ ਰਾਮ ਨੂੰ ਵੀ ਦਿੱਤਾ ਤੇ ਇਹ ਸਮਾਂ ਰਾਵਣ ਨੂੰ ਵੀ ਦਿੱਤਾ। ਮਾਲਕ ਨੇ ਇਹ ਮਨੁੱਖਾ ਜੀਵਨ ਰੂਪੀ ਸਮਾਂ ਜਿਹੜੇ ਇਹ ਕ੍ਰਿਸ਼ਨ ਨੂੰ ਵੀ ਦਿੱਤਾ ਤੇ ਕੰਸ ਨੂੰ ਵੀ ਦਿੱਤਾ। ਮਾਲਕ ਨੇ ਇਹ ਜੀਵਨ ਦਾ ਸਮਾਂ ਜਿਹੜੇ ਗੁਰਮੁਖ ਨੂੰ ਵੀ ਦਿੱਤਾ ਤੇ ਮਨਮੁਖ ਨੂੰ ਵੀ ਦਿੱਤਾ। ਇਹ ਜੀਵਨ ਜਿਹੜਾ ਮਨੁੱਖਾ ਜੀਵਨ ਦਾ ਸਮਾਂ ਮਾਲਕ ਨੇ ਦੁਰਾਚਾਰੀ ਨੂੰ ਵੀ ਦਿੱਤਾ ਤੇ ਸਦਾਚਾਰੀ ਨੂੰ ਵੀ ਦਿੱਤਾ। ਪਰ ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਜਨ, ਗੁਰੂ ਦੇ ਸਨਮੁਖ ਰਹਿਣ ਵਾਲੇ ਜੀਵ, ਗੁਰੂ ਦੇ ਹੁਕਮ ਅਨੁਸਾਰ ਚੱਲਣ ਵਾਲੇ ਜੀਵ, ਉਹ ਮਾਲਕ ਪ੍ਰਭੂ ਪਰਮਾਤਮਾ ਦੀ ਕੀਰਤੀ ਰੂਪੀ ਲਾਹਾ ਖੱਟ ਕੇ ਗਏ। ਤੇ ਮਨ ਦੇ ਪਿੱਛੇ ਲੱਗਣ ਵਾਲੇ ਜੀਵ, ਉਹਨਾਂ ਨੇ ਆਪਣਾ ਮੂਲ ਵੀ ਗਵਾ ਲਿਆ। ਸਵਾਸਾਂ ਰੂਪੀ ਮਾਲਕ ਵੱਲੋਂ ਮਿਲੀ ਹੋਈ ਜਿਹੜੀ ਜ਼ਿੰਦਗੀ ਸੀ, ਸਵਾਸਾਂ ਰੂਪੀ ਪੂੰਜੀ ਜਿਹੜੀ ਸੀ, ਉਹ ਵੀ ਮੂਲ ਆਪਣਾ ਗਵਾ ਬੈਠੇ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ, ਫਰਮਾਉਂਦੇ ਨੇ ਕਿ ਹੇ ਭਾਈ, ਜੀਵ ਚੌਥੇ ਪੈਰ ਨੀਂਦ ਦੇ ਵਸ ਹੋ ਜਾਂਦਾ, ਘੂਕ ਨੀਂਦਰ ਦੇ ਵਿੱਚ ਸੌਂ ਜਾਂਦਾ ਹੈ। ਤੇ ਜਦੋਂ ਨੀਂਦਰ ਤੋਂ ਉੱਠਦਾ, ਉੱਠ ਕੇ ਫਿਰ ਜਗਤ ਦੇ ਧੰਦਿਆਂ ਤੇ ਉਹੀ ਝਮੇਲਾ। ਮਾਨੋ ਮਨੁੱਖ ਇੱਥੇ ਸੈਂਕੜੇ ਵੜਿਆਂ ਦਾ ਜੀਵਨ ਘੋਲ ਮਚਾਇਆ ਹੋਇਆ ਹੈ ਤੇ ਇਸ ਜੀਵਨ ਦੀ ਬਾਜੀ ਨੂੰ ਖੇਡਦਿਆਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜ਼ਿੰਦਗੀ ਰੂਪੀ ਬਾਜੀ ਮਨੁੱਖ ਹਾਰ ਜਾਂਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਵੀ ਪਾਸਾ ਤੇ ਇਹੋ ਜਿਹਾ ਖੇਲਣਾ ਚਾਹੀਦਾ ਹੈ ਜਿਹਦੇ ਨਾਲ ਜਿਉਂ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ। ਪਾਸਾ ਤੇ ਇਹੋ ਜਿਹਾ ਘਾਲਣਾ ਚਾਹੀਦਾ, ਇਹੋ ਜਿਹਾ ਸੁੱਟਣਾ ਚਾਹੀਦਾ ਜਿਹਦੇ ਨਾਲ ਕਿਛ ਲਾਹੇ ਉੱਪਰ ਘਾਲੀਏ। ਕੋਈ ਲਾਹੇ ਵਾਲੀ ਘਾਲ ਕਰਨੀ ਚਾਹੀਦੀ ਸੀ, ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਲਾਹੇ ਵਾਲੀ ਘਾਲ ਤੋਂ ਬਿਨਾਂ ਜੀਵਨ ਗੁਜ਼ਾਰ ਦਿੱਤਾ। ਤੇ ਫਿਰ ਹੋਇਆ ਕਿ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਸਭ ਕਹਿੰਦੇ ਨਾਮ ਤੋਂ ਬਿਨਾਂ ਜਿਹੜਾ ਜੀਵਨ ਗੁਜ਼ਾਰਨਾ, ਬਤੀਤ ਕਰਨਾ, ਮਾਲਕ ਦੀ ਕੀਰਤੀ ਤੋਂ ਬਿਨਾਂ ਜਿਹੜਾ ਜੀਵਨ ਜੀਵਣਾ ਹੈ। ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਉਹ ਮਨੁੱਖ ਦਾ ਜੀਵਨ ਇਸੇ ਤਰ੍ਹਾਂ ਹੈ ਜਿਵੇਂ ਸੱਪ ਦੀ ਉਮਰਾ ਹੈ, ਜਿਵੇਂ ਸੱਪ ਦਾ ਜੀਵਨ ਹੈ। ਹੈਰਾਨਗੀ ਹੋਏਗੀ ਕਿ ਨਾਮ ਤੋਂ ਬਿਨਾਂ ਮਨੁੱਖ ਹੋਵੇ ਤੇ ਸੱਪ ਦੇ ਨਾਲ ਮਾਲਕ ਨੇ ਤੁਲਨਾ ਕਿਉਂ ਦਿੱਤੀ। ਹੁਣ ਸੱਪ ਬੜੀ ਲੰਬੀ ਉਮਰ ਮੰਨੀ ਜਾਂਦੀ ਹੈ ਦੀ, ਪਰ ਸਾਰੀ ਜ਼ਿੰਦਗੀ ਕਰਦਾ ਕੀ ਹੈ? ਜ਼ਹਿਰ ਹੀ ਜ਼ਹਿਰ ਪੈਦਾ ਕਰਦਾ ਹੈ। ਤੇ ਜਦੋਂ ਇਹਦੇ ਸਿਰ ਦੇ ਵਿੱਚ ਜ਼ਹਿਰ ਭਰ ਜਾਂਦੀ ਹੈ, ਸੱਪ ਦਾ ਸਿਰ ਖੋਲਦਾ, ਇਹ ਆਪਣੀ ਜ਼ਹਿਰ ਨੂੰ ਕੱਢਣਾ ਚਾਹੁੰਦਾ। ਤੇ ਜੇ ਇਹਨੂੰ ਕੋਈ ਜੀਵ ਜੰਤੂ ਨਾ ਮਿਲੇ, ਫਿਰ ਇਹ ਪੱਥਰ ਨੂੰ ਵੀ ਡੰਗ ਮਾਰ ਦਿੰਦਾ ਆਪਣੀ ਉਸ ਜ਼ਹਿਰ ਨੂੰ ਕੱਢਣ ਵਾਸਤੇ। ਜਿਹੜਾ ਪੱਥਰ ਨੂੰ ਡੰਗ ਮਾਰਦਾ ਜ਼ਹਿਰ ਨੂੰ ਕੱਢਣ ਵਾਸਤੇ, ਵੈਦਿਕ ਲੋਕ ਕਹਿੰਦੇ ਨੇ ਵੀ ਉਹ ਤੋਂ ਸੰਖੀਆ ਪੈਦਾ ਹੁੰਦਾ, ਬੜੀਆਂ ਦਵਾਈਆਂ ਜਿਹੜੀਆਂ ਬੂਟੀਆਂ ਵਿੱਚ ਪੈਂਦਾ। ਹੁਣ ਇਹ ਤੇ ਜੀਵ ਹੈ ਤੇ ਇਹਦੇ ਅੰਦਰ ਜ਼ਹਿਰ ਪੈਦਾ ਹੋਈ ਹੈ, ਸਿਰ ਖੌਲਿਆ, ਜੀਵ ਜੰਤੂ ਨਹੀਂ ਮਿਲਿਆ, ਇਹਨੇ ਪੱਥਰ ਨੂੰ ਡੰਗ ਮਾਰ ਦਿੱਤਾ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾਂ ਮਨੁੱਖ ਦੀ ਵੀ ਇਹੋ ਜਿਹੀ ਹਾਲਤ ਹੈ। ਨਾਮ ਤੋਂ ਬਿਨਾਂ ਇਹ ਵੀ ਜ਼ਿੰਦਗੀ ਦੇ ਅੰਦਰ ਮਨਮੁਖਤਾਈ ਰੂਪੀ ਜ਼ਹਿਰ ਹੀ ਪੈਦਾ ਕਰੀ ਜਾਂਦਾ, ਇਹ ਵੀ ਵਿਕਾਰਾਂ ਰੂਪੀ ਜ਼ਹਿਰ ਹੀ ਪੈਦਾ ਕਰੀ ਜਾਂਦਾ। ਇਹ ਜੀਵਨ ਦੇ ਅੰਦਰ ਧੰਦਿਆਰਿਆਂ ਰੂਪੀ ਜ਼ਹਿਰ ਹੀ ਪੈਦਾ ਕਰੀ ਜਾਂਦਾ। ਤੇ ਹੁਣ ਮਨੁੱਖ ਦੇ ਅੰਦਰ ਈਰਖਾ, ਦਵੈਤ ਰੂਪੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਜਦੋਂ ਇਹ ਜ਼ਹਿਰ ਭਰ ਗਈ ਤੇ ਹੁਣ ਮਨੁੱਖ ਦਾ ਸਿਰ ਵੀ ਖੋਲਦਾ।
ਜਦੋਂ ਇਹ ਮਨਮੁਖ ਜੀਵ ਦੇ ਜੀਵਨ ਅੰਦਰ ਇਹ ਜ਼ਹਿਰ ਭਰ ਜਾਂਦੀ, ਇਹਦਾ ਵੀ ਸਿਰ ਖੋਲਦਾ ਹੈ। ਹੁਣ ਮਨੁੱਖ ਹੈ ਤੇ ਮਨੁੱਖ ਨੂੰ ਹੀ ਡੰਗ ਮਾਰੇਗਾ ਨਾ। ਫਿਰ ਇਹ ਆਪਣੇ ਬੋਲਾਂ ਦੇ ਰਾਹੀਂ ਜੀਵਾਂ ਨੂੰ ਡੰਗ ਮਾਰਦਾ। ਇਹ ਬੋਲਾਂ ਦੇ ਰਾਹੀਂ ਜੀਵਾਂ ਦੇ ਹਿਰਦੇ ਜਿਹੜੇ ਡਸਦਾ, ਹਿਰਦੇ ਦੁਖੀ ਕਰਦਾ। ਇਹ ਬੋਲਾਂ ਦੇ ਰਾਹੀਂ ਜੀਵਾਂ ਦੇ ਜੀਵਨ ਤਬਾਹ ਕਰਕੇ ਰੱਖ ਦਿੰਦਾ। ਐਸੇ ਐਸੇ ਭੈੜੇ ਭੈੜੇ ਬੋਲ ਬੋਲਦਾ ਹੈ। ਜੀਵ ਕਹਿੰਦੇ ਵੀ ਇਹੋ ਜਿਹਾ ਮਨੁੱਖ ਤੇ ਨਾ ਹੀ ਮੱਥੇ ਲੱਗੇ ਤੇ ਤਾਂ ਚੰਗਾ ਹੈ। ਐਸੀ ਜ਼ਹਿਰ ਅੰਦਰ ਭਰੀ ਹੋਈ ਹੈ। ਇਹ ਜ਼ਹਿਰ ਕੇਵਲ ਘਰ ਦੇ ਵਿੱਚ ਹੀ ਨਹੀਂ ਉਗਲਦਾ, ਕੇਵਲ ਨਗਰ ਵਿੱਚ, ਦੇਸ਼ ਦੇ ਵਿੱਚ ਹੀ ਨਹੀਂ ਉਗਲਦਾ। ਇਹ ਜ਼ਹਿਰ ਜਿਹੜੀ ਹੈ ਮਨੁੱਖ ਧਾਰਮਿਕ ਅਸਥਾਨਾਂ ਤੇ ਵੀ ਉਗਲਣ ਤੋਂ ਰੁਕਦਾ ਨਹੀਂ। ਮਾਲਕ ਕਿਰਪਾ ਕਰੇ, ਰਹਿਮਤ ਕਰੇ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ, ਨਾਮ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੁਹਾਰੀ। ਸਾਹਿਬ ਕਹਿੰਦੇ ਭਾਵੇਂ 9 ਖੰਡਾਂ ਵਾਲੀ ਸਾਰੀ ਧਰਤੀ ਦਾ ਜੀਵ ਰਾਜ ਭਾਗ ਵੀ ਕਮਾਉਣ ਵਾਲਾ ਹੋਵੇ, ਜੇ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਤੇ ਮਨੁੱਖਾ ਜੀਵਨ ਦੀ ਬਾਜੀ ਜੀਵ ਨੂੰ ਹਾਰ ਕੇ ਜਾਣਾ ਪੈਂਦਾ ਹੈ। ਮਨੁੱਖਾ ਜੀਵਨ ਦੀ ਬਾਜੀ ਜੀਵ ਹਾਰ ਜਾਂਦਾ ਹੈ। ਇਸ ਲਈ ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਫਰਮਾਇਆ, ਸਭੇ ਵੇਲਾ ਵਕਤ ਸਭ, ਜੇ ਅਠੀ ਭਉ ਹੋਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ ਕਿ ਹੇ ਭਾਈ, ਕੋਈ ਅੰਮ੍ਰਿਤ ਵੇਲਾ ਹੀ ਸਿਮਰਨ ਲਈ ਜ਼ਰੂਰੀ ਹੈ, ਪਰ ਜਦੋਂ ਅੰਮ੍ਰਿਤ ਵੇਲੇ ਦੇ ਅਭਿਆਸ ਦੇ ਨਾਲ ਅੱਠੇ ਪਹਿਰ ਪਰਮਾਤਮਾ ਦਾ ਡਰ ਅਦਬ ਮਨ ਵਿੱਚ ਟਿਕ ਜਾਏ ਤੇ ਸਾਰੇ ਵੇਲੇ ਭਾਵ ਹਰ ਵਕਤ ਦੇ ਵਿੱਚ ਫਿਰ ਭਗਤੀ ਦਾ ਸਮਾਂ ਬਣ ਜਾਂਦਾ ਹੈ। ਮਾਲਕ ਦੇ ਨਾਲ ਮਨ ਜਿਹੜਾ ਜੁੜ ਜਾਂਦਾ ਹੈ। ਹੁਣ ਦੇਖੋ, ਜੇ ਬੱਚੇ ਨੂੰ ਸਕੂਲ ਦੀ ਵਿੱਦਿਆ ਦਿੰਦੇ ਆ ਤੇ ਸਕੂਲ ਦੀ ਵਿੱਦਿਆ ਵਾਸਤੇ ਉਹਦਾ ਇੱਕ ਸਕੂਲ ਦਾ ਟਾਈਮ ਟੇਬਲ ਹੈ। ਸਕੂਲ ਦਾ ਟਾਈਮ ਟੇਬਲ ਸਵੇਰੇ 8 ਤੋਂ ਜਾਂ 9 ਵਜੇ ਤੋਂ ਲੈ ਕੇ ਲਗਭਗ 2 ਜਾਂ 3 ਵਜੇ ਤੱਕ ਸਾਡੇ ਬੱਚਿਆਂ ਦੇ ਸਕੂਲ ਚੱਲਦੇ ਨੇ। ਫਿਰ ਜੇ ਉਹਨੇ ਟਿਊਸ਼ਨ ਜਾਣਾ ਤੇ ਤਾਂ ਉਹਦਾ ਘੰਟਾ 2 ਘੰਟੇ ਉਹਦੇ ਵਾਸਤੇ ਸਮਾਂ ਤੈਅ ਕੀਤਾ ਜਾਂਦਾ ਹੈ। ਤੇ ਜੇ ਉਹਨੇ ਸਕੂਲ ਦੀ ਵਿੱਦਿਆ ਜਿਹੜੀ ਹੈ ਸਕੂਲ ਦੇ ਟਾਈਮ ਟੇਬਲ ਵਿੱਚ ਹਾਸਲ ਕੀਤੀ ਹੈ, ਟਿਊਸ਼ਨ ਦੇ ਟਾਈਮ ਦੇ ਵਿੱਚ ਹਾਸਲ ਕੀਤੀ ਹੈ, ਤੇ ਫਿਰ ਉਹਨੂੰ ਧਿਆਨ ਦਿਵਾਇਆ ਜਾਂਦਾ ਹੈ ਕਿ ਬੱਚਿਆ, ਇਹ ਜਿਹੜਾ ਤੂੰ ਸਬਕ ਪੜ੍ਹਿਆ ਨਾ, ਇਹ ਜਿਹੜਾ ਤੂੰ ਸਮਾਂ ਸਕੂਲ ਦੇ ਵਿੱਚ ਹੁਣ ਸਬਕ ਸਿੱਖਿਆ ਹੈ, ਇਹਦਾ ਹੁਣ ਤੂੰ ਰੱਟਾ ਲਾਉਣਾ, ਇਹਦਾ ਤੂੰ ਅਭਿਆਸ ਕਰਨਾ। ਹੁਣ ਸਕੂਲ ਦੇ ਵਿੱਚ ਬੱਚੇ ਨੂੰ ਪਹਿਲਾਂ ਰੱਟਾ ਲਵਾਇਆ ਜਾਂਦਾ ਜੀ। ਜੇ 35 ਪੜ੍ਹਾਈ ਜਾਂਦੀ ਹੈ ਤੇ 35 ਦਾ ਵੀ ਬੱਚੇ ਨੂੰ ਰੱਟਾ ਲਵਾਇਆ ਜਾਂਦਾ। ਜੇ ਅੱਗੋਂ ਸ਼ਬਦਾਂ ਦੇ ਜੋੜ ਚੱਲਦੇ ਨੇ ਤੇ ਤਾਂ ਬੱਚੇ ਨੂੰ ਰੱਟਾ ਲਵਾਇਆ ਜਾਂਦਾ। ਜਿਵੇਂ ਜਿਵੇਂ ਵੱਡੀ ਵੱਡੀ ਕਲਾਸ ਦੇ ਵਿੱਚ ਤੁਰਿਆ ਜਾਂਦਾ ਜੀਵ, ਉਵੇਂ ਉਵੇਂ ਅਭਿਆਸ ਵੱਧਦਾ ਚਲਿਆ ਜਾਂਦਾ। ਤੇ ਜਿਵੇਂ ਜਿਵੇਂ ਅਭਿਆਸ ਵੱਧਦਾ ਚਲਾ ਜਾਂਦਾ ਤਿਵੇਂ ਤਿਵੇਂ ਉਹਦੇ ਜੀਵਨ ਦੇ ਅੰਦਰ ਸੰਸਾਰ ਦੀ ਵਿੱਦਿਆ ਉਹ ਘਰ ਕਰਦੀ ਜਾਂਦੀ ਹੈ। ਤੇ ਉਹ ਘਰ ਕੀਤੀ ਹੋਈ ਵਿੱਦਿਆ ਜਿਹੜੀ ਹੈ ਸਾਰੀ ਸਾਰੀ ਜ਼ਿੰਦਗੀ ਉਹਦੇ ਜੀਵਨ ਦਾ ਜਿਹੜਾ ਨਿਰਵਾਹ ਕਰਦੀ ਹੈ। ਹੁਣ ਬਜ਼ੁਰਗ ਤੋਂ ਬਜ਼ੁਰਗ ਜਿਹੜੇ ਕਈ ਸਮਾਂ ਕਿੰਨਾ ਸਮਾਂ ਹੋ ਗਿਆ ਸਕੂਲ ਛੱਡਿਆਂ ਨੂੰ, ਵਿੱਦਿਆ ਛੱਡਿਆਂ ਨੂੰ, ਪਰ ਅੱਜ ਵੀ ਉਹਨਾਂ ਨੂੰ ਕੋਈ ਸਵਾਲ ਪੁੱਛੋ, ਅੱਜ ਵੀ ਉਹਨਾਂ ਦੇ ਪ੍ਰਤੀ ਅੱਗੇ ਕੋਈ ਵਿਗਿਆਨ ਦਾ ਸਵਾਲ ਰੱਖੋ, ਕੋਈ ਭੂਗੋਲ ਦਾ ਸਵਾਲ ਰੱਖੋ, ਉਸੇ ਵੇਲੇ ਉਹ ਫਟ ਜਵਾਬ ਦਿੰਦੇ ਨੇ। ਉਹਦਾ ਮਤਲਬ ਵੀ ਉਹ ਵਿੱਦਿਆ ਅੰਦਰ ਅਭਿਆਸ ਬਣਿਆ ਹੋਇਆ, ਘਰ ਕੀਤੀ ਹੋਈ ਹੈ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅਧਿਆਤਮਕ ਵਿੱਦਿਆ ਜਿਹੜੀ ਹੈ ਇਹਦੇ ਵਾਸਤੇ ਵੀ ਅਭਿਆਸ ਜ਼ਰੂਰੀ ਹੈ, ਇਹਦੇ ਵਾਸਤੇ ਰੱਟਾ ਜ਼ਰੂਰੀ ਹੈ, ਇਹਦੇ ਵਾਸਤੇ ਸਮਾਂ ਮਾਲਕ ਨੇ ਬੜਾ ਪਿਆਰਾ ਦਿੱਤਾ ਰੱਟਾ ਲਾਉਣ ਵਾਸਤੇ, ਅਭਿਆਸ ਕਰਨ ਵਾਸਤੇ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਪਿਛਲ ਰਾਤਰੀ ਦਾ ਸਮਾਂ ਬੜਾ ਪਿਆਰਾ ਅਭਿਆਸ ਕਰਨ ਦਾ ਸਮਾਂ, ਬੜਾ ਪਿਆਰਾ ਮਾਲਕ ਦੀ ਕੀਰਤੀ ਵਿੱਚ ਸੁਖਾਲਾ ਜੁੜਨ ਦਾ ਸਮਾਂ। ਤੇ ਜਿਵੇਂ ਜਿਵੇਂ ਜੀਵ ਭੈ ਅਦਬ ਡਰ ਦੇ ਅੰਦਰ ਮਾਲਕ ਦੇ ਇਸ ਪਿਆਰ ਦੇ ਵਿੱਚ ਜੁੜਦਾ ਹੈ ਤੇ ਇਹ ਅਭਿਆਸ ਜੀਵਨ ਦੇ ਅੰਦਰ ਦ੍ਰਿੜ ਹੋ ਜਾਂਦਾ ਹੈ। ਵਾਹਿਗੁਰੂ ਦੀ ਸਿਫਤ ਸਲਾਹ ਦੀ ਬਾਣੀ ਹਿਰਦੇ ਘਰ ਵਿੱਚ ਘਰ ਕਰ ਜਾਂਦੀ ਹੈ। ਫਿਰ ਜੀਵਨ ਦੀ ਅਵਸਥਾ ਜਿਹੜੀ ਆ ਬਣ ਜਾਂਦੀ ਹੈ। ਉਠਤ ਬੈਠਤ ਸੋਵਤ ਨਾਮ
ਕਉ ਨਾਨਕ ਜਨ ਕੈ ਸਦ ਕਾਮ। ਫਿਰ ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਵਾਹਿਗੁਰੂ ਦਾ ਪਿਆਰਾ ਹਰ ਸਮੇਂ ਮਾਲਕ ਦੀ ਕੀਰਤੀ ਕਰਦਾ ਹੈ। ਫਿਰ ਮਾਲਕ ਨੇ ਸਾਨੂੰ ਇਹ ਅਭਿਆਸ ਬੜਾ ਪਿਆਰਾ ਦਿੱਤਾ ਹੈ। ਫਿਰ ਐਸਾ ਜੀਵਨ ਮਾਲਕ ਦੇ ਪਿਆਰੇ ਦਾ ਹੋਣਾ ਚਾਹੀਦਾ ਹੈ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਹਰ ਸਮੇਂ ਮਾਲਕ ਦੀ ਕੀਰਤੀ ਦੇ ਵਿੱਚ ਜੀਵ ਫਿਰ ਜੁੜਿਆ ਰਹਿੰਦਾ, ਰੱਤਾ ਰਹਿੰਦਾ। ਤੇ ਇਹ ਅਭਿਆਸ ਬਣਦਾ ਅੰਮ੍ਰਿਤ ਵੇਲੇ ਦੀ ਸੰਭਾਲ ਦੇ ਨਾਲ। ਹੁਣ ਦੇਖੋ, ਜੇ ਪਿਆਰਿਓ ਸੰਸਾਰ ਦੇ ਧੰਦੇ ਦਾ ਅਭਿਆਸ ਹੈ ਨਾ, ਤੇ ਜੀਵ ਸੁੱਤਾ ਹੋਇਆ ਵੀ ਉਹੀ ਅਭਿਆਸ ਕਰੀ ਜਾਂਦਾ। ਹੁਣ ਜੇ ਕੋਈ ਵਪਾਰੀ ਜੀਵ ਹੈ ਤੇ ਰਾਤ ਸੁੱਤਾ ਪਿਆ ਵੀ ਵਪਾਰ ਕਰੀ ਜਾਂਦਾ। ਜੇ ਕੋਈ ਜੀਵ ਹੋਰ ਕਾਰੋਬਾਰ ਵਾਲਾ ਕਈ ਵਾਰੀ ਰਾਤ ਸੁੱਤਾ ਉਹੀ ਗੱਲਾਂ ਕਰੀ ਜਾਂਦਾ। ਕੋਈ ਵਪਾਰੀ ਜੀਵ ਸੀ, ਉਹਦੇ ਪਾਸ ਕੋਈ ਹੋਰ ਵਪਾਰੀ ਆਇਆ ਉਹਦੀ ਮੱਝ ਦਾ ਸੌਦਾ ਕਰਨ ਵਾਸਤੇ, ਰਾਤ ਸੁੱਤਾ ਪਿਆ, ਸੁੱਤੇ ਸੁਪਨੇ ਦੇ ਵਿੱਚ ਉਹ ਸੌਦਾ ਕਰੀ ਜਾਂਦਾ। ਤੇ ਸੌਦਾ ਕਰਦਿਆਂ ਕਰਦਿਆਂ ਹੋਇਆ ਕਿ ਉਹ ਕਹਿਣ ਲੱਗਾ ਮੈਂ ਇੰਨੇ ਦੇਣੇ, ਕਹਿੰਦਾ ਤੂੰ ਇੰਨੇ ਦੇ। ਉਹ 200 ਤੇ ਗੱਲ ਅੜ ਗਈ, 200 ਦਾ ਫਰਕ ਰਹਿ ਗਿਆ। ਉਹ 200 ਛੱਡੇ ਨਾ, ਉਹ ਆਖੇ ਮੈਂ ਦੇਣਾ ਨਹੀਂ। ਇਹਨੇ ਨੂੰ ਘਰ ਵਾਲੀ ਆਈ, ਆਵਾਜ਼ ਦਿੱਤੀ, ਕਹਿਣ ਲੱਗੀ ਉੱਠੋ ਜੀ ਸਵੇਰਾ ਹੋ ਗਿਆ, ਚਾਹ ਪੀ ਲਓ। ਤੇ ਇੱਕਦਮ ਅੱਖਾਂ ਖੋਲ ਕੇ ਦੇਖਿਆ, ਚਾਰ ਚੁਫੇਰਾ ਵੀ ਘਰ ਵਾਲੀ ਆਵਾਜ਼ ਮਾਰਦੀ ਪਈ। ਫਿਰ ਅੱਖਾਂ ਬੰਦ ਕਰਕੇ ਕਹਿਣ ਲੱਗਾ ਚੱਲ ਛੱਡ, 200 ਲਿਆ, ਇੰਨੇ ਹੀ ਦੇ ਜਾ। ਉਹ ਕਹਿੰਦੇ ਕਿਹਨੂੰ ਆਵਾਜ਼ਾਂ ਮਾਰੀ ਜਾਂਦੇ ਹੋ, ਕਿਹਨੂੰ ਕਹੀ ਜਾਂਦੇ ਹੋ, ਫੜੋ ਸਵੇਰ ਹੋਈ ਚਾਹ ਪੀਓ। ਕਹਿਣ ਲੱਗਾ ਜਾ ਭਲੀਏ 2 ਮਿੰਟ ਹੋਰ ਨਾ ਆਉਂਦੀ, ਮੇਰਾ ਸੌਦਾ ਹੋ ਜਾਣਾ। ਭਾਵ ਕਿ ਜਿਹੋ ਜਿਹਾ ਅਭਿਆਸ ਰਾਤ ਸੁੱਤਾ ਪਿਆ ਵੀ ਉਹ ਜਿਹਾ ਅਭਿਆਸ ਕਰੀ ਜਾਂਦਾ। ਤੇ ਮਾਲਕ ਦੇ ਪਿਆਰੇ ਜਿਹੜੇ ਨੇ ਉਹ ਸੁੱਤੇ ਸਿੱਧ ਰਾਤ ਸੁੱਤੇ ਪਿਆਂ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ। ਸੁੱਤੇ ਪਿਆਂ ਵੀ ਸਿਫਤ ਸਲਾਹ ਦੀ ਬਾਣੀ ਕਿੰਨਾ ਸਮਾਂ ਪਿਆਰਿਓ ਅੰਮ੍ਰਿਤਮਈ ਪਾਵਨ ਬਾਣੀ ਪੜ੍ਹੀ ਜਾਂਦੇ ਨੇ। ਤੇ ਜਿਹੜੇ ਸੁੱਤੇ ਵੀ ਜੀਵ ਬਰੜਾ ਕਰਕੇ ਵੀ ਵਾਹਿਗੁਰੂ ਦਾ ਨਾਮ, ਰਾਮ ਦਾ ਨਾਮ ਬੋਲਦੇ ਨੇ। ਬਾਬਾ ਕਬੀਰ ਸਾਹਿਬ ਜੀ ਉਹਨਾਂ ਤੋਂ ਬਲਹਾਰੇ ਤੇ ਸਦਕੇ ਕੁਰਬਾਨ ਜਾਂਦੇ ਨੇ। ਕਹਿੰਦੇ ਜੇ ਇਹੋ ਜਿਹੇ ਪਿਆਰਿਆਂ ਵਾਸਤੇ ਮੇਰੇ ਤਨ ਦੇ ਇਸ ਚੰਮ ਦੀ ਜੁੱਤੀ ਬਣਾ ਕਰਕੇ ਉਹਨਾਂ ਦੇ ਚਰਨਾਂ ਵਿੱਚ ਪਾਵਾਂ, ਜਿਹੜੇ ਰਾਤ ਸੁੱਤੇ ਪਏ ਵੀ ਬਰੜਾ ਕੇ ਕਹਿੰਦੇ ਨੇ ਰਾਮ ਰਾਮ ਰਾਮ। ਕਬੀਰ ਸੁਪਨੇ ਹੂੰ ਬਰੜਾਏ ਕੈ, ਜੇ ਮੁਖ ਨਿਕਸੈ ਰਾਮ। ਤਾਕੇ ਭਗ ਕੀ ਪਾਨਹਿ, ਮੇਰੇ ਤਨ ਕੋ ਚਾਮ। ਕਹਿੰਦੇ ਮੇਰੇ ਤਨ ਇਹ ਚੰਮ ਦਾ ਉਹਨਾਂ ਦੇ ਚਰਨਾਂ ਵਾਸਤੇ ਜੋੜਾ ਬਣ ਜਾਏ, ਜਿਹੜੇ ਸੁੱਤੇ ਪਿਆਂ ਵੀ ਉੱਠ ਕੇ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਐਸਾ ਵਿਆਹ ਜਿਨ੍ਹਾਂ ਦੇ ਜੀਵਨ ਅੰਦਰ ਬਣ ਜਾ, ਉਹਨਾਂ ਦੇ ਵਾਸਤੇ ਫਿਰ 8 ਪਹਿਰ ਭਗਤੀ ਦਾ ਸਮਾਂ ਬਣ ਜਾਂਦਾ। 8 ਪਹਿਰ ਉਹਨਾਂ ਵਾਸਤੇ ਅੰਮ੍ਰਿਤ ਵੇਲਾ ਹੋ ਜਾਂਦਾ। ਜਿਹੜਾ ਅੱਜ ਮੇਰਾ ਲਾਣਾ ਰੌਲਾ ਪਾਉਂਦਾ ਨਾ, ਕਿਹੜਾ ਅੰਮ੍ਰਿਤ ਵੇਲਾ, ਕਿਹੜਾ ਇਹ ਹੈ, ਕਿਹੜਾ ਉਹ। ਪਿਆਰਿਓ ਇਹ ਅਭਿਆਸ ਦਾ ਸਮਾਂ ਮਾਲਕ ਨੇ ਦਿੱਤਾ, ਮਾਲਕ ਦੀ ਕੀਰਤੀ ਵਿੱਚ ਸੁਖਾਲਾ ਜੁੜਨ ਦਾ ਸਮਾਂ ਦਿੱਤਾ ਹੈ। ਤੇ ਜਦੋਂ ਇਹ ਜੀਵਨ ਦੇ ਅੰਦਰ ਵਾਹਿਗੁਰੂ ਦੀ ਕੀਰਤੀ ਘਰ ਘਰ ਜਾਂਦੀ ਹੈ, ਫਿਰ 8 ਤੇ ਭਗਤੀ ਦਾ ਸਮਾਂ ਬਣ ਜਾਂਦਾ। ਮਹੱਲਾ ਦੂਜਾ, ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਜੀਵਾਂ ਨੂੰ ਪੂਰਨ ਪ੍ਰਭੂ ਪਰਮਾਤਮਾ ਮਿਲ ਪੈਂਦਾ ਹੈ, ਉਹੀ ਪੂਰੇ ਸਾਹ ਹਨ। ਉਹ ਇੱਕ ਪਰਮਾਤਮਾ ਦੇ ਰੰਗ, ਪਿਆਰ ਰੰਗ ਦੇ ਵਿੱਚ ਰੰਗੇ ਜਾਂਦੇ। ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਭੁੱਲ ਦੀ ਖਿਮਾ। ਪਹਿਲੇ ਸ਼ਲੋਕ ਦੀ ਅਖੀਰਲੀ ਪਾਵਨ ਪੰਕਤੀ ਜਿਹੜੀ ਹੈ, ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੇ ਸ਼ਲੋਕ ਦੀ ਅਖੀਰਲੀ ਪਾਵਨ ਪੰਕਤੀ ਅੰਦਰ ਫਰਮਾਨ ਕਰਦੇ ਨੇ ਕਿ ਜੇ 8 ਪਹਿਰ ਮਾਲਕ ਮਨ ਵਿੱਚ ਵਸਿਆ ਰਹੇ ਤਾਂ ਸਦਾ ਟਿਕੇ ਰਹਿਣ ਵਾਲਾ ਆਤਮਕ ਇਸ਼ਨਾਨ ਜੀਵਨ ਨੂੰ ਪ੍ਰਾਪਤ ਹੋ ਜਾਂਦਾ ਹੈ। 8 ਪਹਿਰ ਦਾ ਇਸ਼ਨਾਨ। ਮਹੱਲਾ ਦੂਜਾ, ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ। ਜਿਨ੍ਹਾਂ ਜੀਵਾਂ ਨੇ ਪੂਰਨ ਪਰਮਾਤਮਾ ਨੂੰ ਮਿਲ ਲੈਣਾ ਕੀਤਾ, ਜਿਨ੍ਹਾਂ ਨੂੰ ਮਾਲਕ ਮਿਲ ਗਿਆ, ਪ੍ਰਾਪਤ ਹੋ ਗਿਆ, ਉਹ ਪੂਰੇ ਸ਼ਾਹੂਕਾਰ ਹਨ। ਕਿਉਂਕਿ ਉਹਨਾਂ ਦੇ ਕੋਲ ਕੀ ਹੈ, ਪਰਮਾਤਮਾ ਦਾ ਨਾਮ ਧਨ।
ਉਹ ਸਭ ਤੋਂ ਵੱਡੇ ਧਨਾੜ ਨੇ ਭਾਗ ਠੜੇ, ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸਈ ਇਹ ਆਏ ਸਫਲ ਤਿਨਾਂ ਕੇ ਕੰਮ। ਉਹਨਾਂ ਦਾ ਜੀਵਨ ਸਫਲ ਹੈ। ਅਠੀ ਵੇ ਪਰਵਾਹ ਰਹਿਣ ਇੱਕ ਤੈ ਰੰਗ, ਉਹ ਇੱਕ ਪਰਮਾਤਮਾ ਦੇ ਰੰਗ ਪਿਆਰ ਵਿੱਚ ਅਠੇ ਪੈਰ ਦੁਨੀਆ ਵੱਲੋਂ ਬੇਪਰਵਾਹ ਰਹਿੰਦੇ ਨੇ। ਦਰਸ਼ਨ ਰੂਪ ਆਥਾ ਵਿਰਲੇ ਪਾਈਆਂ, ਪਰ ਇਹੋ ਜਿਹੇ ਜੀਵ ਬੜੇ ਘੱਟ ਮਿਲਦੇ ਨੇ ਜੋ ਅਥਾਹ ਮਾਲਕ ਪ੍ਰਭੂ ਪਰਮਾਤਮਾ ਦੇ ਦੀਦਾਰ ਤੇ ਸਰੂਪ ਦੇ ਵਿੱਚ ਜੁੜੇ ਰਹਿਣ। ਇਹ ਨਹੀਂ ਵੀ ਹੈ ਨਹੀਂ, ਸਭ ਕਹਿੰਦੇ ਹੈਨ ਵਿਰਲੇ ਨਾਹੀ ਘਣੇ, ਫੈਲ ਫਕੜ ਸੰਸਾਰ। ਇਹੋ ਜਿਹੇ ਗੁਰਮੁਖ ਜਨ ਬਹੁਤ ਵਿਰਲੇ ਨੇ। ਕਰਮ ਪੂਰੈ ਪੂਰਾ ਗੁਰੂ, ਪੂਰਾ ਜਾ ਕਾ ਬੋਲ, ਪੂਰੇ ਬੋਲ ਵਾਲਾ ਪੂਰਨ ਗੁਰੂ, ਪੂਰੇ ਭਾਗਾਂ ਦੇ ਨਾਲ ਜਿਸ ਮਨੁੱਖ ਨੂੰ ਪੂਰਨ ਬਣਾ ਦਿੰਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਉਸ ਜੀਵਨ ਵਿੱਚ ਬਰਕਤ ਵਰਤਦੀ ਹੈ। ਨਾਨਕ ਪੂਰਾ ਜੇ ਕਰੈ ਘਟੈ ਨਾਹੀ ਤੋਲ, ਮਾਲਕ ਕਿਰਪਾ ਕਰਕੇ ਜੇ ਉਸ ਜੀਵ ਨੂੰ ਵੀ ਪੂਰਾ ਕਰ ਦੇਵੇ ਤੇ ਸਾਹਿਬ ਕਹਿਣ ਲੱਗੇ ਉਸ ਦਾ ਤੋਲ ਕਦੀ ਘਟਦਾ ਨਹੀਂ। ਭਾਵ ਰੱਬ ਦੇ ਨਾਲ ਉਹਦਾ ਅਠੇ ਪੈਰ ਦਾ ਸੰਬੰਧ ਜਿਹੜਾ ਹੈ ਨਾ ਉਹ ਬਣਿਆ ਰਹਿੰਦਾ, ਕਦੀ ਟੁੱਟਦਾ ਨਹੀਂ। ਸਵਾਸ ਸਵਾਸ ਮਾਲਕ ਦੀ ਕੀਰਤੀ ਦੇ ਵਿੱਚ ਉਹ ਜੀਵ ਜੀਵਨ ਬਤੀਤ ਕਰਦਾ ਹੈ। ਪੌੜੇ ਜਾ ਤੂੰ ਤਾਂ ਕਿਆ ਹੋਰ, ਮੈਂ ਸੱਚ ਸੁਣਾਈਐ। ਪੌੜੀ ਦੇ ਰਾਹੀਂ ਗੁਰੂ ਨਾਨਕ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਹੇ ਪ੍ਰਮਾਤਮਾ, ਮੈਂ ਸੱਚ ਕਹਿੰਦਾ ਹਾਂ ਕਿ ਜਦੋਂ ਤੂੰ ਮੇਰਾ ਰਾਖਾ ਹੈ ਮੈਨੂੰ ਕਿਸੇ ਦੀ ਮੁਥਾਜੀ ਨਹੀਂ। ਮੁੱਠੀ ਧੰਦਾ ਚੋਰ ਮਹਿਲ ਨਾ ਪਾਈਐ, ਪਰ ਜਿਸ ਜੀਵ ਰੂਪੀ ਇਸਤਰੀ ਨੂੰ ਜਗਤ ਦੇ ਧੰਦੇ ਰੂਪ ਚੋਰ ਨੇ ਮੋਹ ਲਿਆ, ਉਹਨੂੰ ਤੇਰਾ ਦਰ ਮਹਲ ਜਿਹੜਾ ਫਿਰ ਲੱਭਦਾ ਨਹੀਂ। ਇਨੈ ਚਿਤ ਕਠੋਰ ਸੇਵਕ ਵਾਈਐ, ਉਸਨੇ ਕਠੋਰ ਚਿੱਤ ਦੇ ਕਾਰਨ ਆਪਣੀ ਸਾਰੀ ਮਿਹਨਤ ਜਿਹੜੀ ਹੈ ਉਹ ਵਿਅਰਥ ਗਵਾ ਲਈ, ਜੀਵਨ ਉਹਦਾ ਵਿਅਰਥ ਚਲਾ ਗਿਆ। ਜਿਤ ਘਟ ਸੱਚ ਨ ਪਾਏ ਸੋ ਭੰਨ ਕਢਾਈਐ, ਜਿਸ ਹਿਰਦੇ ਵਿੱਚ ਸੱਚ ਨਹੀਂ ਵਸਿਆ, ਸਾਹਿਬ ਕਹਿੰਦੇ ਉਹ ਹਿਰਦਾ ਸਦਾ ਭੱਜਦਾ ਘੜੀਂਦਾ ਰਹਿੰਦਾ। ਭਾਵ ਉਹਦਾ ਜੰਮਣ ਮਰਨ ਦਾ ਚੱਕਰ ਜਿਹੜਾ ਹੈ ਇਹ ਮੁੱਕਦਾ ਨਹੀਂ, ਬਣਿਆ ਰਹਿੰਦਾ ਹੈ। ਕਿਉਂ ਕਰ ਪੂਰੈ ਵਟ ਤੋਲ ਤੁਲਾਈਐ, ਜਦੋਂ ਉਹਦੇ ਕੀਤੇ ਕਰਮਾਂ ਦਾ ਲੇਖਾ ਹੋਵੇ ਉਹ ਪੂਰੇ ਵੱਟੇ ਦੇ ਨਾਲ ਤੋਲ ਵਿੱਚ ਕਿਵੇਂ ਪੂਰਾ ਉਤਰੇ। ਕਿਉਂਕਿ ਜਦੋਂ ਜੀਵਨ ਦੇ ਵਿੱਚ ਹਉਮੈ ਭਰੀ ਹੋਈ ਹੈ ਤੇ ਹਉਮੈ ਦੇ ਕਾਰਨ ਕਰਕੇ ਕਿਵੇਂ ਮਾਲਕ ਦੇ ਘਰ ਵਿੱਚ ਜਾ ਸਕਦਾ ਹੈ। ਜਦੋਂ ਜੀਵ ਕਹੇ ਮੈਂ ਆ ਕੀਤਾ, ਮੈਂ ਉਹ ਕੀਤਾ, ਮੈਂ ਆ ਦਾਨ ਕੀਤਾ, ਮੈਂ ਆ ਕੀਤਾ, ਸਭ ਕਹਿਣ ਲੱਗੇ ਹਉਮੈ ਕਰਕੇ ਮਾਲਕ ਦਾ ਮੈਲ ਨਹੀਂ। ਕੋਈ ਨਾ ਆਖੈ ਘਟ ਹਉਮੈ ਜਾਈਏ, ਬਸ ਕੋਈ ਵੀ ਆਪਣੇ ਆਪ ਨੂੰ ਘੱਟ ਨਹੀਂ ਖਵਾਉਂਦਾ, ਸਾਰੇ ਹਉਮੈ ਮੈਂ ਕਰਦੇ ਨੇ। ਲਈਨ ਖਰੇ ਪਰਖ ਦਰ ਬਿਨਾਈਐ, ਸਾਹਿਬ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਜੇ ਜੀਵ ਦੀ ਹਉਮੈ ਦੂਰ ਹੋ ਜਾਏ ਤਾਂ ਕੋਈ ਇਸ ਨੂੰ ਤੋਲੋਂ ਘੱਟ ਨਹੀਂ ਆਖਦਾ, ਫਿਰ ਇਹ ਜੀਵ ਪੂਰਾ ਹੋ ਨਿਬਰਦਾ ਹੈ। ਇਸ ਵਾਸਤੇ ਖਰੇ ਜੀਵ ਸਿਆਣੇ ਪ੍ਰਮਾਤਮਾ ਦੇ ਦਰ ਤੇ ਜਿਹੜੇ ਨੇ ਉਹ ਪਰਖੇ ਜਾਂਦੇ ਨੇ। ਲਈਨ ਖਰੇ ਪਰਖ ਦਰ ਬਿਨਾਈਐ, ਜਿਸ ਨਾਲ ਪ੍ਰਮਾਤਮਾ ਦੇ ਦਰ ਤੇ ਕਬੂਲ ਹੋ ਸਕੀਦਾ। ਸੌਦਾ ਇਕਤ ਹਟ ਪੂਰੇ ਗੁਰ ਪਾਈਐ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਐਸਾ ਸੌਦਾ ਜਿਹਦੇ ਨਾਲ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋਈਦਾ ਉਹ ਇੱਕੋ ਇੱਕ ਹਟ ਹੈ, ਇੱਕੋ ਇੱਕ ਦੁਕਾਨ ਹੈ, ਉਹ ਕੇਵਲ ਤੇ ਕੇਵਲ ਹੈ ਗੁਰੂ ਦਾ ਦਰ, ਜਿੱਥੋਂ ਪ੍ਰਮਾਤਮਾ ਦਾ ਨਾਮ ਰੂਪੀ ਸੌਦਾ ਪ੍ਰਾਪਤ ਹੁੰਦਾ ਹੈ। ਇਸ ਲਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਲੜ ਲੱਗੀਏ। ਉਪਦੇਸ਼ ਸਾਡੇ ਹਿਰਦਿਆਂ ਤੇ ਵਸੇ, ਸਤਿਗੁਰੂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨ, ਭੁੱਲ ਚੁੱਕ ਦੀ ਖਿਮਾ
ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।